ਸਾਡੇ ਘਰ ਵਿੱਚ ਇੱਕ ਪਰੰਪਰਾ ਸੀ ਕਿ ਜੇ ਕਿਸੇ ਦਾ ਵਿਆਹ ਹੁੰਦਾ ਸੀ ਤਾਂ ਉਸ ਦੀ ਘਰਵਾਲੀ ਨੂੰ ਪਹਿਲੇ ਦਿਨ ਦਾਦਾ ਜੀ ਦੇ ਕਮਰੇ ਵਿੱਚ ਸੌਣਾ ਪੈਂਦਾ ਸੀ। ਤੇ ਅਜੀਬ ਗੱਲ ਇਹ ਸੀ ਕਿ ਉਹ 1 ਮਹੀਨੇ ਦੇ ਬਾਅਦ ਹੀ ਗਰਭਵਤੀ ਹੋ ਜਾਂਦੀ ਸੀ। ਜਦ ਮੇਰਾ ਵਿਆਹ ਹੋਇਆ ਤਾਂ ਮੈਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਮੈਂ ਅਜਿਹੀ ਪਰੰਪਰਾ ਨੂੰ ਨਹੀਂ ਮੰਨਦਾ ਸੀ ਤੇ ਆਪਣੀ ਘਰਵਾਲੀ ਨੂੰ ਦਾਦਾ ਜੀ ਦੇ ਕਮਰੇ ਵਿੱਚ ਨਹੀਂ ਜਾਣ ਦਿੱਤਾ। ਸਾਡੇ ਵਿਆਹ ਨੂੰ 2 ਸਾਲ ਹੋ ਗਏ ਸੀ, ਪਰ ਅਜੇ ਤੱਕ ਕੋਈ ਬੱਚਾ ਨਹੀਂ ਹੋਇਆ ਸੀ। ਇੱਕ ਦਿਨ ਮਜਬੂਰ ਹੋ ਕੇ ਮੈਂ ਆਪਣੀ ਘਰਵਾਲੀ ਨੂੰ ਦਾਦਾ ਜੀ ਦੇ ਕਮਰੇ ਵਿੱਚ ਭੇਜ ਦਿੱਤਾ ਤੇ ਆਪ ਉਸ ਕਮਰੇ ਵਿੱਚ ਲੁਕ ਗਿਆ। ਫਿਰ ਮੈਂ ਜੋ ਦੇਖਿਆ ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਬਜ਼ੁਰਗ ਹਰ ਘਰ ਦੀ ਸ਼ਾਨ ਹੁੰਦੇ ਹਨ, ਪਰ ਜਦ ਬਜ਼ੁਰਗ ਹੀ ਗਲਤ ਕੰਮ ਕਰਨ ਲੱਗ ਜਾਣ ਤਾਂ ਫਿਰ ਖਾਨਦਾਨ ਦਾ ਕੀ ਹਾਲ ਹੋਵੇਗਾ। ਮੇਰੇ ਦਾਦਾ ਜੀ ਵੀ ਮੇਰੇ ਆਦਰਸ਼ ਸਨ। ਸਾਡੀ ਇੱਕ ਜੁਆਇੰਟ ਫੈਮਿਲੀ ਸੀ, ਇਸ ਕਰਕੇ ਅਸੀਂ ਸਾਰੇ ਇਕੱਠੇ ਇੱਕ ਘਰ ਵਿੱਚ ਹੀ ਰਹਿੰਦੇ ਸੀ ਅਤੇ ਹਰੇਕ ਬਹੂ ਬੇਟੀ ਦੀ ਇੱਜ਼ਤ ਕਰਦੇ ਸੀ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਆਪਣੇ ਘਰ ਦੀਆਂ ਔਰਤਾਂ ਨਾਲ ਇਹੋ ਜਿਹਾ ਵਿਵਹਾਰ ਕੀਤਾ ਜਾਵੇਗਾ। ਮੈਂ ਪੜ੍ਹਿਆ ਲਿਖਿਆ ਸੀ, ਇਸ ਲਈ ਮੈਨੂੰ ਲੱਗਦਾ ਸੀ ਕਿ ਮੈਂ ਇਹ ਸਭ ਰੋਕ ਲਵਾਂਗਾ, ਪਰ ਮੈਂ ਵੀ ਮਜਬੂਰ ਹੋ ਗਿਆ। ਘਰ ਵਿੱਚ ਵੱਡੇ ਮੇਰੇ ਦਾਦਾ ਜੀ ਸੀ ਤੇ ਇਸ ਕਰਕੇ ਸਾਰੇ ਉਹਨਾਂ ਦੀ ਇੱਜ਼ਤ ਕਰਦੇ ਤੇ ਉਹਨਾਂ ਦੀ ਗੱਲ ਮੰਨਦੇ ਸਨ। ਉਹ ਵੀ ਸਭ ਨੂੰ ਪਿਆਰ ਕਰਦੇ ਸਨ ਤੇ ਕਦੇ ਕਿਸੇ ਨੂੰ ਝਿੜਕਦੇ ਨਹੀਂ ਸਨ। ਪਰ ਇਸ ਸਭ ਦੇ ਬਾਵਜੂਦ ਸਾਡੇ ਘਰ ਵਿੱਚ ਇੱਕ ਪਰੰਪਰਾ ਸੀ, ਜਿਸ ਦੇ ਕਾਰਨ ਕੋਈ ਵੀ ਸਾਡੇ ਘਰ ਆਪਣੀ ਕੁੜੀ ਦੇਣ ਨੂੰ ਤਿਆਰ ਨਹੀਂ ਸੀ ਹੁੰਦਾ। ਮੈਂ ਬਚਪਨ ਤੋਂ ਦੇਖਦਾ ਆ ਰਿਹਾ ਸੀ ਕਿ ਸਾਡੇ ਘਰ ਵਿਆਹ ਕੇ ਜਿਹੜੀ ਕੁੜੀ ਆਉਂਦੀ, ਉਹ ਪਹਿਲਾਂ ਦਾਦਾ ਜੀ ਦੇ ਕਮਰੇ ਵਿੱਚ ਰਾਤ ਗੁਜ਼ਾਰਦੀ ਹੈ। ਬਚਪਨ ਵਿੱਚ ਤਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ, ਪਰ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਮੇਰੇ ਮਨ ਵਿੱਚ ਸਵਾਲ ਪੈਦਾ ਹੁੰਦੇ ਜਾ ਰਹੇ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਸ ਸੱਚ ਨੂੰ ਜਾਣ ਸਕਾਂ, ਪਰ ਕੋਈ ਵੀ ਇਸ ਮੁੱਦੇ 'ਤੇ ਗੱਲ ਕਰਨ ਨੂੰ ਤਿਆਰ ਨਹੀਂ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਉਹ ਦੁਲਹਨ ਜਿਹੜੀ ਦਾਦਾ ਜੀ ਦੇ ਕਮਰੇ ਵਿੱਚ ਰਾਤ ਗੁਜ਼ਾਰਦੀ ਸੀ, ਉਹ 1 ਮਹੀਨੇ ਵਿੱਚ ਗਰਭਵਤੀ ਹੋ ਜਾਂਦੀ ਸੀ। ਪਰ ਮੈਂ ਇਸ ਪਰੰਪਰਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਮੇਰੇ 2 ਵੱਡੇ ਭਰਾ ਸੀ ਤੇ ਉਹਨਾਂ ਦੀਆਂ ਪਤਨੀਆਂ ਨਾਲ ਵੀ ਇਹੋ ਕੁਝ ਹੋਇਆ ਸੀ, ਪਰ ਉਹਨਾਂ ਨੇ ਕੁਝ ਨਹੀਂ ਕਿਹਾ। ਇਸ ਗੱਲ 'ਤੇ ਮੈਂ ਉਹਨਾਂ ਨਾਲ ਕਾਫੀ ਬਹਿਸ ਕੀਤੀ, ਪਰ ਇਸ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਹੁਣ ਘਰ ਵਿੱਚ ਮੇਰੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ, ਇਸ ਲਈ ਮੈਂ ਇਹਨਾਂ ਸਵਾਲਾਂ ਦਾ ਜਵਾਬ ਜਾਣਨਾ ਚਾਹੁੰਦਾ ਸੀ। ਮੈਂ ਜਾਣਦਾ ਸੀ ਕਿ ਮੇਰੇ ਨਾਲ ਵੀ ਇਹ ਸਭ ਹੋਵੇਗਾ, ਪਰ ਮੈਂ ਅਜਿਹਾ ਨਹੀਂ ਚਾਹੁੰਦਾ ਸੀ। ਇਸ ਲਈ ਵਿਆਹ ਵਾਲੇ ਦਿਨ ਮੈਂ ਆਪਣੇ ਭਾਈਆਂ ਨੂੰ ਕਹਿ ਦਿੱਤਾ ਸੀ ਕਿ ਮੈਂ ਆਪਣੀ ਪਤਨੀ ਨੂੰ ਦਾਦਾ ਜੀ ਦੇ ਕਮਰੇ ਵਿੱਚ ਨਹੀਂ ਛੱਡਾਂਗਾ ਤੇ ਮੈਂ ਆਪਣੀ ਪਤਨੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਹੁਣ ਦਾਦਾ ਜੀ ਦਾ ਰਵੱਈਆ ਮੇਰੇ ਨਾਲ ਬਦਲ ਜਾਵੇਗਾ, ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ। ਉਹਨਾਂ ਨੇ ਕੁਝ ਨਹੀਂ ਕਿਹਾ ਤੇ ਉਹਨਾਂ ਦਾ ਵਿਵਹਾਰ ਵੀ ਆਮ ਵਾਂਗ ਹੀ ਸੀ। ਪਰ ਹੁਣ ਸਾਡੇ ਵਿਆਹ ਨੂੰ 2 ਸਾਲ ਹੋ ਚੁੱਕੇ ਸਨ, ਪਰ ਅਜੇ ਤੱਕ ਕੋਈ ਬੱਚਾ ਨਹੀਂ ਹੋਇਆ ਸੀ। ਅਸੀਂ ਡਾਕਟਰ ਨੂੰ ਵੀ ਚੈੱਕ ਕਰਵਾ ਲਿਆ, ਸਾਰੇ ਟੈਸਟ ਕੀਤੇ ਗਏ, ਪਰ ਸਾਰੇ ਟੈਸਟ ਵੀ ਸਹੀ ਸਨ। ਮੇਰੇ ਭਰਾਵਾਂ ਨੇ ਕਿਹਾ ਕਿ ਤੂੰ ਗਲਤ ਕੀਤਾ ਹੈ ਕਿ ਤੂੰ ਆਪਣੀ ਪਤਨੀ ਨੂੰ ਦਾਦਾ ਜੀ ਦੇ ਕਮਰੇ ਵਿੱਚ ਨਹੀਂ ਭੇਜਿਆ। ਮੈਨੂੰ ਉਹਨਾਂ ਦੀਆਂ ਗੱਲਾਂ 'ਤੇ ਗੁੱਸਾ ਆਉਂਦਾ। ਇੱਕ ਬੱਚੇ ਦੀ ਖਾਤਰ ਮੈਂ ਆਪਣੀ ਪਤਨੀ ਨੂੰ ਕਿਵੇਂ ਕਿਸੇ ਦੇ ਕਮਰੇ ਵਿੱਚ ਭੇਜ ਦੇਵਾਂ, ਭਾਵੇਂ ਕਿ ਉਹ ਮੇਰੇ ਦਾਦਾ ਹੀ ਸੀ, ਪਰ ਮੇਰੀ ਪਤਨੀ ਲਈ ਤਾਂ ਗੈਰ ਸੀ ਤੇ ਮੈਂ ਕਦੇ ਵੀ ਇੰਨਾ ਬੇਗੈਰਤ ਨਹੀਂ ਹੋਣਾ ਚਾਹੁੰਦਾ ਸੀ। ਮੇਰੀ ਪਤਨੀ ਨੂੰ ਵੀ ਇਹ ਪਰੰਪਰਾ ਬਿਲਕੁਲ ਪਸੰਦ ਨਹੀਂ ਸੀ, ਪਰ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਲੋਕਾਂ ਦੀਆਂ ਗੱਲਾਂ ਨਾਲ ਅਸੀਂ ਡਿਪਰੈਸ਼ਨ ਵਿੱਚ ਜਾ ਰਹੇ ਸੀ। ਮੇਰੀ ਪਤਨੀ ਹੁਣ ਗੁੰਮਸੁੰਮ ਜਿਹੀ ਰਹਿਣ ਲੱਗ ਗਈ ਸੀ, ਉਸ ਦਾ ਸੁਭਾਅ ਵੀ ਰੁੱਖਾ ਜਿਹਾ ਹੋ ਗਿਆ ਸੀ। ਇੱਕ ਦਿਨ ਉਹਨੇ ਖੁਦ ਹੀ ਮੈਨੂੰ ਕਿਹਾ ਕਿ ਦਾਦਾ ਜੀ ਦੇ ਕਮਰੇ ਵਿੱਚ ਮੈਨੂੰ ਭੇਜ ਦਿਓ। ਮੈਂ ਉਸ ਦੀ ਗੱਲ ਸੁਣ ਕੇ ਗੁੱਸੇ ਵਿੱਚ ਆ ਗਿਆ, ਪਰ ਉਹ ਜਿੱਦ ਕਰਨ ਲੱਗੀ ਕਿ ਮੈਨੂੰ ਬੱਚਾ ਚਾਹੀਦਾ ਹੈ। ਮੈਂ ਹੁਣ ਬੱਚੇ ਬਿਨਾਂ ਨਹੀਂ ਰਹਿ ਸਕਦੀ। ਹੋਰ ਕੋਈ ਉਮੀਦ ਨਜ਼ਰ ਨਾ ਆਉਣ ਕਰਕੇ ਮੈਂ ਵੀ ਅੰਦਰੋਂ ਅੰਦਰੀ ਟੁੱਟ ਗਿਆ ਸੀ। ਫਿਰ ਮੈਂ ਸੋਚਿਆ ਕਿ ਜਦੋਂ ਮੇਰੇ ਵੱਡੇ ਭਾਈਆਂ ਦੀਆਂ ਪਤਨੀਆਂ ਨੇ ਵੀ ਇਸ ਤਰ੍ਹਾਂ ਕੀਤਾ ਹੈ, ਇੱਥੋਂ ਤੱਕ ਕਿ ਮੇਰੀ ਮੰਮੀ, ਵੱਡੀ ਮੰਮੀ ਤੇ ਛੋਟੀ ਮੰਮੀ ਵੀ ਇੱਕ ਰਾਤ ਦਾਦਾ ਜੀ ਦੇ ਕਮਰੇ ਵਿੱਚ ਗੁਜ਼ਾਰ ਚੁੱਕੀਆਂ ਹਨ, ਤਾਂ ਮੇਰੀ ਪਤਨੀ ਨੇ ਵੀ ਜੇ ਗੁਜ਼ਾਰ ਲਈ ਤਾਂ ਕੀ ਹੋ ਜਾਵੇਗਾ। ਇੱਕ ਦਿਨ ਮੈਂ ਮਜਬੂਰ ਹੋ ਕੇ ਦਾਦਾ ਜੀ ਨੂੰ ਕਿਹਾ ਕਿ ਅੱਜ ਰਾਤ ਮੈਂ ਆਪਣੀ ਪਤਨੀ ਨੂੰ ਤੁਹਾਡੇ ਕਮਰੇ ਵਿੱਚ ਛੱਡ ਕੇ ਜਾਵਾਂਗਾ, ਤਾਂ ਉਹਨਾਂ ਨੇ ਕਿਹਾ ਠੀਕ ਹੈ। ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਕਮਰੇ ਵਿੱਚ ਜਾ ਕੇ ਪਹਿਲਾਂ ਛੁਪ ਜਾਵਾਂਗਾ ਤੇ ਦੇਖਾਂਗਾ, ਪਰ ਉਸੇ ਰਾਤ ਮੇਰੇ ਦੋਸਤ ਦਾ ਐਕਸੀਡੈਂਟ ਹੋ ਗਿਆ ਤੇ ਮੈਨੂੰ ਉੱਥੇ ਜਾਣਾ ਪਿਆ। ਕਿਉਂਕਿ ਮੈਂ ਦਾਦਾ ਜੀ ਨੂੰ ਕਹਿ ਕੇ ਚੁੱਕਿਆ ਸੀ, ਇਸ ਲਈ ਮੇਰੀ ਪਤਨੀ ਨੂੰ ਉਸ ਰਾਤ ਜਾਣਾ ਪਿਆ। ਦੂਜੇ ਦਿਨ ਆ ਕੇ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਕਮਰੇ ਵਿੱਚ ਕੀ ਹੋਇਆ ਸੀ। ਉਸਨੇ ਕਿਹਾ ਕਿ ਮੈਨੂੰ ਤਾਂ ਕੁਝ ਯਾਦ ਨਹੀਂ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਦਾਦਾ ਜੀ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਤੇ ਫਿਰ ਇੱਕ ਅਜੀਬ ਜਿਹੀ ਖੁਸ਼ਬੂ ਆਈ ਤੇ ਮੈਨੂੰ ਫਿਰ ਹੋਸ਼ ਨਹੀਂ ਰਿਹਾ
ਸਵੇਰੇ ਜਦ ਉੱਠੀ ਤਾਂ ਮੈਂ ਦਾਦਾ ਜੀ ਦੇ ਬਿਸਤਰ 'ਤੇ ਸੁੱਤੀ ਪਈ ਸੀ ਤੇ ਦਾਦਾ ਜੀ ਕੁਰਸੀ 'ਤੇ ਬੈਠੇ ਚਾਹ ਪੀ ਰਹੇ ਸਨ। ਉਸ ਤੋਂ ਬਾਅਦ ਮੈਂ ਉੱਠ ਕੇ ਬਾਹਰ ਆ ਗਈ। ਮੈਨੂੰ ਇਹ ਗੱਲ ਬੜੀ ਅਜੀਬ ਲੱਗੀ ਕਿ ਦਾਦਾ ਜੀ ਨੂੰ ਮੇਰੀ ਪਤਨੀ ਨੂੰ ਬੇਹੋਸ਼ ਕਰਨ ਦੀ ਕੀ ਜ਼ਰੂਰਤ ਸੀ, ਜਦ ਕਿ ਮੈਂ ਖੁਦ ਆਪਣੀ ਪਤਨੀ ਨੂੰ ਭੇਜਿਆ ਸੀ। ਜਦ ਮੈਂ ਦਾਦਾ ਜੀ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਜੇ ਵਕਤ ਨਹੀਂ ਹੈ ਤੇ ਵਕਤ ਆਉਣ 'ਤੇ ਸਭ ਪਤਾ ਚੱਲ ਜਾਵੇਗਾ। ਆਪਣੀ ਪਤਨੀ ਨੂੰ ਖੁਸ਼ ਦੇਖ ਕੇ ਮੈਂ ਵੀ ਚੁੱਪ ਹੋ ਗਿਆ। ਫਿਰ ਸੱਚਮੁੱਚ ਹੀ ਮੇਰੀ ਪਤਨੀ 1 ਮਹੀਨੇ ਬਾਅਦ ਗਰਭਵਤੀ ਹੋ ਗਈ। ਪਰ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਸੀ ਕਿ ਇਹ ਬੱਚਾ ਮੇਰਾ ਹੈ ਵੀ ਜਾਂ ਨਹੀਂ। ਪਰ ਮੇਰੀ ਪਤਨੀ ਬੱਚੇ ਨੂੰ ਪਾ ਕੇ ਬਹੁਤ ਖੁਸ਼ ਸੀ, ਪਰ ਮੇਰੇ ਮਨ ਵਿੱਚ ਹਜੇ ਵੀ ਸ਼ੱਕ ਸੀ। ਇਸ ਲਈ ਮੈਂ ਸੋਚ ਲਿਆ ਸੀ ਕਿ ਬੱਚਾ ਹੋਣ 'ਤੇ ਮੈਂ ਉਸ ਦਾ DNA ਟੈਸਟ ਕਰਵਾ ਕੇ ਦੇਖਾਂਗਾ। ਉਹ ਵਕਤ ਮੇਰੇ ਲਈ ਬਹੁਤ ਮੁਸ਼ਕਿਲ ਸੀ, ਕਿਉਂਕਿ ਜਦ ਵੀ ਮੈਂ ਬੱਚੇ ਦੀ ਖੁਸ਼ੀ ਮਹਿਸੂਸ ਕਰਨ ਲੱਗਦਾ ਤਾਂ ਮੈਨੂੰ ਉਹ ਰਾਤ ਯਾਦ ਆ ਜਾਂਦੀ। ਕਿਸੇ ਤਰ੍ਹਾਂ ਉਹ ਵਕਤ ਲੰਘ ਗਿਆ ਤੇ ਸਾਡੇ ਘਰ ਚੰਦ ਜਿਹੇ ਬੇਟੇ ਨੇ ਜਨਮ ਲਿਆ। ਸਾਰੇ ਬਹੁਤ ਜ਼ਿਆਦਾ ਖੁਸ਼ ਸੀ। ਕੁਝ ਦਿਨਾਂ ਬਾਅਦ ਕਿਸੇ ਤਰ੍ਹਾਂ ਬਹਾਨੇ ਨਾਲ ਮੈਂ ਬੱਚੇ ਨੂੰ ਹਸਪਤਾਲ ਲੈ ਗਿਆ ਤੇ ਉਸ ਦਾ DNA ਟੈਸਟ ਕਰਵਾਇਆ। ਰਿਪੋਰਟ 3 ਦਿਨਾਂ ਬਾਅਦ ਆਉਣੀ ਸੀ। ਉਹ 3 ਦਿਨ ਮੈਂ ਕਿਵੇਂ ਗੁਜ਼ਾਰੇ ਮੈਨੂੰ ਹੀ ਪਤਾ ਹੈ। ਜਦੋਂ ਰਿਪੋਰਟ ਆਈ ਤਾਂ ਮੈਂ ਰਿਪੋਰਟ ਦੇਖ ਕੇ ਬਹੁਤ ਹੈਰਾਨ ਹੋਇਆ, ਕਿਉਂਕਿ ਰਿਪੋਰਟ ਪੋਜ਼ੀਟਿਵ ਸੀ, ਮਤਲਬ ਕਿ ਉਹ ਬੱਚਾ ਮੇਰਾ ਹੀ ਸੀ। ਪਰ ਫਿਰ ਵੀ ਮੈਂ ਸੋਚਾਂ ਵਿੱਚ ਪੈ ਗਿਆ ਕਿ 2 ਸਾਲ ਮੇਰੇ ਬੱਚਾ ਕਿਉਂ ਨਹੀਂ ਹੋਇਆ ਤੇ ਸਿਰਫ ਇੱਕ ਦਿਨ ਦਾਦਾ ਜੀ ਦੇ ਕਮਰੇ ਵਿੱਚ ਜਾਣ ਨਾਲ ਭਗਵਾਨ ਨੇ ਮੈਨੂੰ ਬੱਚਾ ਦੇ ਦਿੱਤਾ। ਪਰ ਹੁਣ ਮੈਂ ਟੈਨਸ਼ਨ ਫਰੀ ਸੀ ਕਿ ਇਹ ਬੱਚਾ ਮੇਰਾ ਹੀ ਹੈ। ਪਰ ਕਈ ਸਵਾਲ ਸਨ ਜਿਹੜੇ ਕਿ ਅਜੇ ਵੀ ਮੇਰੇ ਦਿਮਾਗ ਵਿੱਚ ਘੁੰਮਦੇ ਸਨ ਕਿ ਦਾਦਾ ਜੀ ਦੇ ਕਮਰੇ ਵਿੱਚ ਜਾਣਾ ਕਿਉਂ ਜ਼ਰੂਰੀ ਹੈ। ਉੱਥੇ ਇਹੋ ਜਿਹਾ ਕੀ ਹੈ ਕਿ ਉਹ ਦੁਲਹਨ ਨੂੰ ਬੇਹੋਸ਼ ਕਰਦੇ ਹਨ। ਮੈਂ ਇਹ ਰਾਜ਼ ਜਾਣਨਾ ਚਾਹੁੰਦਾ ਸੀ, ਕਿਉਂਕਿ ਮੇਰਾ ਇੱਕ ਹੋਰ ਛੋਟਾ ਭਰਾ ਸੀ ਜਿਸ ਦੇ ਵਿਆਹ ਬਾਰੇ ਗੱਲਾਂ ਕਰ ਰਹੇ ਸੀ। ਉਸ ਦੀ ਪਤਨੀ ਨਾਲ ਵੀ ਅਜਿਹਾ ਕੁਝ ਹੋਣਾ ਸੀ। ਮੈਂ ਇਹ ਸਭ ਨਹੀਂ ਚਾਹੁੰਦਾ ਸੀ। ਸਮਾਂ ਬੀਤਦਾ ਗਿਆ ਤੇ ਮੇਰੇ ਛੋਟੇ ਭਰਾ ਦਾ ਵਿਆਹ ਵੀ ਆ ਗਿਆ। ਮੇਰੇ ਕੋਲ ਇਹੀ ਇੱਕ ਮੌਕਾ ਸੀ ਇਸ ਰਾਜ਼ ਨੂੰ ਜਾਣਨ ਲਈ। ਮੈਂ ਸਾਰਿਆਂ ਨੂੰ ਕਿਹਾ ਕਿ ਮੇਰਾ ਦੋਸਤ ਬਿਮਾਰ ਹੈ, ਇਸ ਲਈ ਮੈਨੂੰ ਐਮਰਜੈਂਸੀ ਉਸ ਦੇ ਕੋਲ ਜਾਣਾ ਪਵੇਗਾ। ਸਾਰੇ ਉੱਥੇ ਇਕੱਠੇ ਹੀ ਬੈਠੇ ਸਨ ਤੇ ਮੈਂ ਉਹਨਾਂ ਦੇ ਸਾਹਮਣੇ ਹੀ ਘਰ ਤੋਂ ਨਿਕਲ ਗਿਆ। ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਕਿ ਮੈਂ ਆਪਣੇ ਦੋਸਤ ਦੇ ਘਰ ਗਿਆ, ਪਰ ਮੈਂ ਘਰ ਦੇ ਪਿਛਲੇ ਪਾਸੇ ਤੋਂ ਖਿੜਕੀ ਦੇ ਰਾਹੀਂ ਦਾਦਾ ਜੀ ਦੇ ਕਮਰੇ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਲੁਕ ਗਿਆ। ਹੁਣ ਮੈਨੂੰ ਇੰਤਜ਼ਾਰ ਸੀ ਕਿ ਕਦ ਦਾਦਾ ਜੀ ਤੇ ਨਵੀਂ ਦੁਲਹਨ ਕਮਰੇ ਵਿੱਚ ਆਉਣ। ਥੋੜ੍ਹੇ ਟਾਈਮ ਬਾਅਦ ਦਾਦਾ ਜੀ ਕਮਰੇ ਵਿੱਚ ਆ ਗਏ, ਪਰ ਹਜੇ ਨਵੀਂ ਦੁਲਹਨ ਨਹੀਂ ਆਈ ਸੀ। ਮੈਂ ਸ਼ਾਂਤੀ ਨਾਲ ਬੈਠਾ ਰਿਹਾ, ਕਿਉਂਕਿ ਅੱਜ ਸਾਲਾਂ ਪੁਰਾਣਾ ਰਾਜ਼ ਖੁੱਲ੍ਹਣ ਜਾ ਰਿਹਾ ਸੀ। ਮੈਨੂੰ ਬਾਹਰ ਤੋਂ ਬਹਿਸ ਦੀਆਂ ਆਵਾਜ਼ਾਂ ਆ ਰਹੀਆਂ ਸਨ, ਜਿਹੜੀ ਕਿ ਹਰ ਦੁਲਹਨ ਦੇ ਆਉਣ ਤੋਂ ਬਾਅਦ ਹੁੰਦੀ ਸੀ, ਕਿਉਂਕਿ ਇੱਕ ਦੁਲਹਨ ਆਪਣੇ ਪਤੀ ਲਈ ਸਜਾਈ ਜਾਂਦੀ ਹੈ ਤੇ ਜਦ ਉਸ ਨੂੰ ਪਹਿਲੀ ਰਾਤ ਹੀ ਕਿਸੇ ਦੂਜੇ ਆਦਮੀ ਦੇ ਕੋਲ ਜਾਣ ਨੂੰ ਕਿਹਾ ਜਾਂਦਾ ਹੈ ਤਾਂ ਇਹ ਗੱਲ ਹਰ ਇੱਕ ਦੇ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ। ਇਹ ਡਰਾਮਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ। ਆਖਰਕਾਰ ਉਹ ਦੁਲਹਨ ਕਮਰੇ ਵਿੱਚ ਆ ਗਈ। ਜਿਵੇਂ ਹੀ ਦੁਲਹਨ ਕਮਰੇ ਵਿੱਚ ਆਈ, ਦਾਦਾ ਜੀ ਉੱਠ ਕੇ ਵਾਸ਼ਰੂਮ ਚਲੇ ਗਏ। ਮੈਨੂੰ ਉਸ ਵਿਚਾਰੀ 'ਤੇ ਤਰਸ ਆ ਰਿਹਾ ਸੀ। ਉਹ ਵਿਚਾਰੀ ਘਬਰਾਈ ਹੋਈ ਸੀ। ਕੁਝ ਦੇਰ ਬਾਅਦ ਦਾਦਾ ਜੀ ਆਏ ਤੇ ਉਹਨਾਂ ਨੇ ਦੁਲਹਨ ਦੇ ਸਿਰ 'ਤੇ ਹੱਥ ਰੱਖਿਆ ਤੇ ਕਿਹਾ ਕਿ ਬੇਟਾ ਘਬਰਾਓ ਨਹੀਂ, ਕੁਝ ਨਹੀਂ ਹੋਵੇਗਾ। ਤੇ ਫਿਰ ਦਾਦਾ ਜੀ ਨੇ ਜੇਬ ਵਿੱਚੋਂ ਇੱਕ ਰੁਮਾਲ ਕੱਢਿਆ ਤੇ ਉਸ ਦੇ ਨੱਕ 'ਤੇ ਰੱਖ ਦਿੱਤਾ, ਜਿਸ ਨਾਲ ਕੁਝ ਮਿੰਟਾਂ ਵਿੱਚ ਹੀ ਉਹ ਬੇਹੋਸ਼ ਹੋ ਗਈ। ਇੱਥੋਂ ਤੱਕ ਤਾਂ ਮੈਨੂੰ ਪਹਿਲਾਂ ਵੀ ਪਤਾ ਸੀ। ਮੈਂ ਇਸ ਤੋਂ ਅੱਗੇ ਜਾਣਨਾ ਚਾਹੁੰਦਾ ਸੀ ਕਿ ਆਖਿਰ ਅਜਿਹਾ ਕੀ ਹੁੰਦਾ ਇਸ ਕਮਰੇ ਵਿੱਚ। ਉਹਨਾਂ ਨੇ ਦੁਲਹਨ ਨੂੰ ਬਿਸਤਰੇ 'ਤੇ ਲਿਟਾ ਦਿੱਤਾ ਤੇ ਉਸ 'ਤੇ ਚਾਦਰ ਦੇ ਦਿੱਤੀ, ਪਰ ਉਸ ਤੋਂ ਬਾਅਦ ਜੋ ਮੈਂ ਦੇਖਿਆ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਸਾਰੀ ਰਾਤ ਕਮਰੇ ਵਿੱਚ ਬੈਠਾ ਰਿਹਾ, ਬਹੁਤ ਮੁਸ਼ਕਿਲ ਨਾਲ ਟਾਈਮ ਕੱਢਿਆ। ਸਵੇਰੇ ਜਿਹੇ ਜਦ ਦਾਦਾ ਜੀ ਦੀ ਅੱਖ ਲੱਗ ਗਈ ਤਾਂ ਮੈਂ ਖਿੜਕੀ ਦੇ ਰਸਤੇ ਹੌਲੀ ਦੇਣੇ ਬਿਨਾਂ ਆਵਾਜ਼ ਕੀਤੇ ਬਾਹਰ ਆ ਗਿਆ। ਪਰ ਜੋ ਕੁਝ ਮੈਂ ਦੇਖਿਆ, ਉਸ ਤੋਂ ਬਾਅਦ ਦਾਦਾ ਜੀ ਤੋਂ ਸਵਾਲ ਪੁੱਛਣਾ ਤਾਂ ਬਣਦਾ ਹੀ ਸੀ। ਪਰ ਮੈਨੂੰ ਇਸ ਗੱਲ ਦਾ ਵੀ ਡਰ ਸੀ ਕਿ ਜੇ ਮੈਂ ਦਾਦਾ ਜੀ ਨੂੰ ਕੋਈ ਸਵਾਲ ਕੀਤਾ ਤਾਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਹਨਾਂ ਦਾ ਰਾਜ਼ ਜਾਣ ਗਿਆ ਹਾਂ। ਮੈਂ ਸੋਚ ਰਿਹਾ ਸੀ ਕਿ ਅਜਿਹੀ ਦਾਦਾ ਜੀ ਦੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ ਅਜਿਹਾ ਕਰਨਾ ਪਿਆ। ਪਰ ਇਸ ਵਾਰ 2 ਮਹੀਨੇ ਹੋ ਚੁੱਕੇ ਸਨ, ਪਰ ਦੁਲਹਨ ਗਰਭਵਤੀ ਨਹੀਂ ਹੋਈ ਸੀ। ਸਾਰੇ ਬਹੁਤ ਹੈਰਾਨ ਸਨ। ਦਾਦਾ ਜੀ ਨੇ ਕਿਹਾ ਕਿ ਸ਼ਾਇਦ ਇਹ ਰਾਜ਼ ਕੋਈ ਹੋਰ ਵੀ ਜਾਣ ਚੁੱਕਾ ਹੈ। ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਦਾਦਾ ਜੀ ਨੇ ਕਿਹਾ ਕਿ ਜੇ ਕੋਈ ਇਹ ਰਾਜ਼ ਨਾ ਜਾਣਦਾ ਹੁੰਦਾ ਤਾਂ ਹੁਣ ਨੂੰ ਇਸ ਬੱਚੀ ਨੇ ਗਰਭਵਤੀ ਹੋ ਜਾਣਾ ਸੀ। ਇਹ ਸੁਣ ਕੇ ਮੈਨੂੰ ਬਹੁਤ ਅਜੀਬ ਲੱਗਿਆ ਕਿ ਦਾਦਾ ਜੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਇਹ ਰਾਜ਼ ਕੋਈ ਦੂਜਾ ਜਾਣਦਾ ਹੈ। ਪਰ ਮੈਂ ਕਿਸੇ ਨੂੰ ਕੁਝ ਨਾ ਦੱਸਿਆ। ਕੁਝ ਮਹੀਨੇ ਬਾਅਦ
ਦਾਦਾ ਜੀ ਬਿਮਾਰ ਰਹਿਣ ਲੱਗੇ ਤੇ ਉਹਨਾਂ ਨੇ ਸਾਰਿਆਂ ਨੂੰ ਬੁਲਾ ਕੇ ਕਿਹਾ ਕਿ ਮੈਨੂੰ ਸੱਚ ਦੱਸ ਦਿਓ ਕਿ ਇਹ ਰਾਜ ਕੌਣ ਜਾਣਦਾ ਹੈ ਕਿ ਪਹਿਲੀ ਰਾਤ ਦੁਲਹਨ ਮੇਰੇ ਕਮਰੇ ਵਿੱਚ ਕਿਉਂ ਆਉਂਦੀ ਹੈ। ਲੱਗਦਾ ਮੈਂ ਹੁਣ ਜ਼ਿਆਦਾ ਦਿਨ ਨਹੀਂ ਬਚ ਸਕਦਾ। ਮੈਂ ਕਿਹਾ, ਮੈਂ ਜਾਣਦਾ ਹਾਂ। ਦਾਦਾ ਜੀ ਨੇ ਬਾਕੀ ਸਭ ਨੂੰ ਭੇਜ ਦਿੱਤਾ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ। ਮੈਂ ਦਾਦਾ ਜੀ ਨੂੰ ਸਾਰੀ ਸੱਚਾਈ ਦੱਸ ਦਿੱਤੀ ਕਿ ਮੈਂ ਕਿਸ ਤਰ੍ਹਾਂ ਇਹ ਰਾਜ ਜਾਣਦਾ ਹਾਂ। ਦਾਦਾ ਜੀ ਨੇ ਕਿਹਾ ਕਿ ਹੁਣ ਤੂੰ ਇਹ ਰਾਜ ਨੂੰ ਜਾਣਦਾ ਹੈ, ਇਸ ਕਰਕੇ ਇਹ ਰਾਜ ਤੇਰੇ ਕੋਲ ਮੇਰੀ ਅਮਾਨਤ ਹੈ। ਘਰ ਵਿੱਚ ਹੋਰ ਕੋਈ ਵੀ ਇਸ ਰਾਜ ਨੂੰ ਨਹੀਂ ਜਾਣਦਾ। ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਇਹ ਰਾਜ ਤੂੰ ਸਾਰੇ ਘਰਦਿਆਂ ਨੂੰ ਦੱਸ ਦੇਵੀਂ, ਕਿਉਂਕਿ ਸਾਰਿਆਂ ਦੇ ਮਨ ਵਿੱਚ ਮੇਰੇ ਖਿਲਾਫ ਕੋਈ ਨਾ ਕੋਈ ਗਲਤ ਗੱਲ ਤਾਂ ਜ਼ਰੂਰ ਹੁੰਦੀ ਹੈ, ਪਰ ਮੈਂ ਕੋਈ ਪਾਪ ਨਹੀਂ ਕਰਦਾ। ਸਭ ਨੂੰ ਲੱਗਦਾ ਹੈ ਕਿ ਮੈਂ ਪਹਿਲੀ ਰਾਤ ਦੁਲਹਨ ਨਾਲ ਮੈਂ ਕੋਈ ਗਲਤ ਵਿਵਹਾਰ ਕਰਦਾ ਹਾਂ, ਪਰ ਉਹ ਮੇਰੇ ਘਰ ਦੀਆਂ ਇੱਜ਼ਤਾਂ ਹਨ। ਮੈਂ ਉਹਨਾਂ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹਾਂ? ਮੈਂ ਤੈਨੂੰ ਸੱਚ ਦੱਸਦਾ ਹਾਂ, ਬਹੁਤ ਸਮਾਂ ਪਹਿਲਾਂ ਮੇਰੇ ਪੜਦਾਦਾ ਦੇ ਟਾਈਮ ਜਾਦੂ ਟੂਣੇ ਤੇ ਇਹ ਸਭ ਬਹੁਤ ਹੁੰਦਾ ਸੀ। ਸਾਡੇ ਖਾਨਦਾਨ ਵਿੱਚ ਇੱਕ ਦੁਲਹਨ ਵਿਆਹ ਕੇ ਆਈ ਸੀ ਤੇ ਕਿਸੇ ਜਾਦੂਗਰ ਨੇ ਜਾਦੂ ਦੇ ਜ਼ਰੀਏ ਉਸ ਦੀ ਔਲਾਦ ਬੰਨ੍ਹ ਦਿੱਤੀ ਸੀ ਕਿ ਇਸ ਖਾਨਦਾਨ ਵਿੱਚ ਕਦੇ ਵੀ ਔਲਾਦ ਨਹੀਂ ਹੋਵੇਗੀ। ਤਾਂ ਇੱਕ ਬਜ਼ੁਰਗ ਨੇ ਸਾਨੂੰ ਇਸ ਦਾ ਤੋੜ ਦਿੱਤਾ ਸੀ ਕਿਤੇ ਕਿਹਾ ਸੀ ਕਿ 7 ਨਸਲਾਂ ਤੱਕ ਤੁਹਾਨੂੰ ਇਹ ਕੰਮ ਕਰਨਾ ਹੋਵੇਗਾ। ਉਹ ਕੰਮ ਇਹ ਸੀ ਕਿ ਘਰ ਵਿੱਚ ਜਿਹੜੀ ਵੀ ਵਿਆਹ ਕੇ ਆਵੇਗੀ ਉਸ ਨੂੰ ਉਸ ਘਰ ਦਾ ਜੋ ਵੀ ਬੜਾ ਹੋਵੇਗਾ ਉਸ ਕੋਲ ਇੱਕ ਰਾਤ ਗੁਜ਼ਾਰਨੀ ਹੋਵੇਗੀ ਤੇ ਉਹ ਕੁਝ ਮੰਤਰ ਪੜ੍ਹੇਗਾ ਜੋ ਕਿ ਉਸ ਬਜ਼ੁਰਗ ਨੇ ਦੱਸਿਆ ਸੀ। ਤੇ ਉਸਨੇ ਇਹ ਵੀ ਕਿਹਾ ਸੀ ਕਿ ਇਹ ਮੰਤਰ ਕਿਸੇ ਦੂਜੇ ਵਿਅਕਤੀ ਨੂੰ ਨਹੀਂ ਪਤਾ ਲੱਗਣਾ ਚਾਹੀਦਾ। ਇਸੇ ਕਰਕੇ ਮੈਂ ਦੁਲਹਨ ਨੂੰ ਬੇਹੋਸ਼ ਕਰਦਾ ਸੀ। ਫਿਰ ਮੰਤਰ ਪੜ੍ਹ ਕੇ ਉਸਦੇ ਪੈਰ 'ਤੇ ਕਾਲਾ ਧਾਗਾ ਬੰਨ੍ਹਿਆ ਜਾਂਦਾ ਸੀ। ਇਹ ਕੰਮ 7 ਨਸਲਾਂ ਤੱਕ ਚੱਲਦਾ ਰਿਹਾ। ਮੇਰੇ ਤੋਂ ਪਹਿਲਾਂ ਮੇਰੇ ਦਾਦਾ ਜੀ ਤੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਦਾਦਾ ਜੀ ਇਹ ਕੰਮ ਕਰਦੇ ਸਨ, ਪਰ ਹੁਣ ਤੁਹਾਡੀ ਇਹ 7ਵੀਂ ਪੀੜ੍ਹੀ ਹੈ, ਇਸ ਲਈ ਤੁਹਾਨੂੰ ਅੱਗੇ ਇਹ ਕੰਮ ਕਰਨਾ ਨਹੀਂ ਪਵੇਗਾ। ਤੂੰ ਆਪਣੀ ਪਤਨੀ ਨਾਲ ਇਹ ਨਹੀਂ ਕਰਵਾਇਆ, ਇਸ ਲਈ ਤੁਹਾਡੇ ਬੱਚਾ ਨਹੀਂ ਹੋਇਆ ਸੀ, ਕਿਉਂਕਿ ਜਾਦੂ ਦਾ ਅਸਰ ਉੱਥੇ ਸੀ। ਮੈਂ ਤੇਰੀ ਪਤਨੀ ਨਾਲ ਵੀ ਅਜਿਹਾ ਹੀ ਕੀਤਾ ਸੀ, ਇਸ ਲਈ ਤੁਹਾਡੇ ਬੱਚਾ ਹੋ ਗਿਆ ਸੀ। ਇਹ ਰਾਜ ਕੋਈ ਨਹੀਂ ਜਾਣਦਾ। ਮੈਂ ਅੱਜ ਤੱਕ ਕਿਸੇ ਦੁਲਹਨ ਨੂੰ ਹੱਥ ਵੀ ਨਹੀਂ ਲਾਇਆ। ਉਹ ਮੇਰੇ ਘਰ ਦੀ ਇੱਜ਼ਤ ਹੈ। ਮੇਰੇ ਮਰਨ ਤੋਂ ਬਾਅਦ ਇਹ ਸਭ ਗੱਲਾਂ ਤੂੰ ਉਹਨਾਂ ਨੂੰ ਦੱਸ ਦੇਵੀਂ ਤਾਂ ਕਿ ਕਿਸੇ ਦੇ ਦਿਲ ਵਿੱਚ ਕੋਈ ਸ਼ੱਕ ਨਾ ਰਹੇ। ਮੈਂ ਦਾਦਾ ਜੀ ਦੀਆਂ ਗੱਲਾਂ ਸੁਣ ਕੇ ਖਾਮੋਸ਼ ਹੋ ਗਿਆ ਤੇ ਉਹਨਾਂ ਨੂੰ ਵਾਅਦਾ ਕੀਤਾ ਕਿ ਉਹਨਾਂ ਦਾ ਰਾਜ ਉਹਨਾਂ ਦੇ ਮਰਨ ਤੋਂ ਬਾਅਦ ਹੀ ਪਤਾ ਲੱਗੇਗਾ। ਦਾਦਾ ਜੀ ਦੇ ਮਰਨ ਤੋਂ ਬਾਅਦ ਮੈਂ ਸਾਰੇ ਘਰਦਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇਹ ਰਾਜ ਦੱਸਿਆ। ਹੁਣ ਕਿਸੇ ਦੇ ਮਨ ਵਿੱਚ ਕੋਈ ਸ਼ੱਕ ਤੇ ਕੋਈ ਸਵਾਲ ਨਹੀਂ ਰਿਹਾ ਸੀ। ਦਾਦਾ ਜੀ ਦੇ ਕਮਰੇ ਤੋਂ ਸਾਰੀ ਜੜੀ ਬੂਟੀਆਂ ਕੱਢ ਕੇ ਪਾਣੀ ਵਿੱਚ ਬਹਾ ਦਿੱਤੀਆਂ। ਇਸ ਤਰ੍ਹਾਂ 7 ਨਸਲਾਂ ਪਹਿਲਾਂ ਹੋਣ ਵਾਲੇ ਜਾਦੂ ਤੋਂ ਸਾਡੀ ਜਾਨ ਛੁੱਟ ਗਈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।